लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। का खालसा वाहिगुरु जी की फतेह। अंग है 411। अष्टपदियां शुरू हुई गुरु नानक पातशाह ने हुण तक 233 शब्द ਉਹ ਸੰਪੂਰਨ ਹੋਏ ਨੇ। ਰਾਗ ਆਸਾ ਮਹੱਲਾ ਪਹਿਲਾ। ਅਸ਼ਟਪਦੀਆਂ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉੱਤਰ ਅਵ ਘਟ ਸਰਵਰ ਨਾਵੈ। ਬਕੈ ਨਾ ਬੋਲੇ ਹਰ ਗੁਣ ਗਾਵੈ। राग आसा महला पहला। राग आसा महला पहला। अष्टपदियां कर दूजा। एक ओंकार सतगुर प्रसाद। उत्तर अवकट सरवर नावै। बकै न बोले हर गुण गावे। जल आकाशी सुन समावे। रस सत चोल महारस पावे। ऐसा ज्ञान सुनो अब मोरे। भरपुर तार रहया सब ठौरे। राग आसा महला पहला। अष्टपदियां गुरु नानक पातशाह ने आसा राग विच ਇਹ 8 ਪਦਿਆਂ ਦੇ ਸ਼ਬਦ ਜਿਹਨੂੰ ਅਸੀਂ ਅਸ਼ਟਪਦੀ ਕਹਿੰਦੇ ਆ ਉਹ ਉਚਾਰਨ ਕੀਤੇ ਆ। ਘਰ ਦੂਜਾ ਇਹਨੂੰ ਤਾਕੀਦ ਕੀਤੀ ਗਾਉਣ ਦੀ ਦੂਜੇ ਘਰ ਵਿੱਚ, ਦੂਜੇ ਤਾਲ ਵਿੱਚ। ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ, ਇੱਕ ਰਸ ਹੈ, ਹਰ ਸਰਵ ਵਿਆਪਕ, ਹਰ ਜਗ੍ਹਾ ਸਮਾਇਆ ਹੋਇਆ। ਮਹਾਰਾਜ ਨੇ ਮੰਗਲਾਚਰਨ ਆਰੰਭ ਕਰਦੇ ਨੇ। ਰਹਾਉ ਦੀ ਇਸ ਤੁਗ ਤੋਂ ਆਰੰਭ ਕਰਦੇ ਹਾਂ ਕਿਉਂਕਿ ਰਹਾਉ ਦੀ ਜਿਹੜੀ ਤੁਗ ਹੈ, ਰਹਾਉ ਦੀ ਲਾਈਨ ਜਿਹੜੀ ਉਹ ਇਹਦਾ ਮੂਲ ਭਾਵ ਹੈ। ਐਸਾ ਗਿਆਨ ਸੁਨੋ ਅਬ ਮੋਰੇ। ਭਰਪੁਰ ਧਾਰ ਰਹਿਆ ਸਭ ਠੌਰੇ। ਮਨ ਨੂੰ ਸੰਬੋਧਨ ਨੇ ਮਹਾਰਾਜ। ਇਹ ਮਨਾ ਅੰਤਰਗਤ ਅੰਤਰ ਆਤਮਾ ਵਿੱਚ ਐਸੇ ਗਿਆਨ ਨੂੰ ਧਾਰਨ ਕਰਨਾ ਕਰ, ਸੁਣਨਾ ਕਰ। ਭਰਪੁਰ ਧਾਰ ਰਹਿਆ ਸਭ ਠੌਰੇ। ਉਹਦਾ ਗਿਆਨ ਜਿਹੜਾ ਕਿ ਭਰਿਆ ਪੂਰਾ ਹੈ, ਹਰ ਜਗ੍ਹਾ, ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿੱਥੇ ਉਹ ਨਹੀਂ। ਭਾਵ ਉਸ ਪਰਮਾਤਮਾ ਬਾਰੇ, ਉਹਦੇ ਗੁਣਾਂ ਬਾਰੇ, ਉਹਦੀ ਜਿਹੜੀ ਜਾਣਕਾਰੀ, ਉਹਦਾ ਗਿਆਨ ਹੈ, ਤੂੰ ਉਹ ਅੰਦਰ ਧਾਰਨ ਕਰਨਾ ਕਰ। ਤਾਂ ਤੂੰ ਜ਼ਿੰਦਗੀ ਦਾ ਸਫਲ ਰਸਤਾ, ਸਫਲ ਮੰਜ਼ਿਲ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਇਹ ਜਿਹੜਾ ਸ਼ਬਦ ਹੈ ਇਹ ਜੋਗੀ ਨਾਲ ਵਾਰਤਾ ਹੈ। ਜੋਗ ਦਾ ਮਤਲਬ ਹੁੰਦਾ ਜੁੜਨਾ। ਤਾਂ ਤੂੰ ਉਹਦੇ ਨਾਲ ਜੁੜ ਸਕਦਾ। ਇਹ ਤੇਰਾ ਗਿਆਨ ਹੈ ਜਿਹੜਾ ਉਹ ਤੈਨੂੰ ਜੋੜ ਸਕਦਾ। ਐਸਾ ਗਿਆਨ ਸੁਣੋ ਅਬ ਮੋਰੇ। ਐ ਮੇਰੇ ਮਨਾ ਅੰਦਰੋਂ ਅੰਤਰਾਤਮਾ ਕਰਕੇ ਉਹ ਗਿਆਨ ਨੂੰ ਸੁਣਨਾ ਕਰ। ਕਿਉਂਕਿ ਗਿਆਨ ਸਾਡੇ ਅੰਦਰ ਹੈ। ਉਹ ਵਾਹਿਗੁਰੂ ਅਕਾਲ ਪੁਰਖ ਉਹ ਬਖਸ਼ਿਸ਼ ਕਰਦਾ ਹੈ, ਪਰ ਉਹ ਵਸਿਆ ਹੋਇਆ ਤੇਰੇ ਅੰਦਰ ਹੀ ਹੈ। ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿੱਥੇ ਉਹ ਨਹੀਂ ਹੈ। ਉੱਤਰ ਅਵਕਟ ਸਰਵਰ ਨਾਵੈ। ਬਕੈ ਨਾ ਬੋਲੇ ਹਰ ਗੁਣ ਗਾਵੈ। ਇਹਨੂੰ ਸੁਣਨ ਲਈ, ਇਸ ਗਿਆਨ ਨੂੰ ਪ੍ਰਾਪਤ ਕਰਨ ਲਈ ਪਹਿਲੀ ਗੱਲ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਫਿਰ ਕੀ ਕਰਨਾ ਕਰ, ਥੱਲੇ ਉਤਰ।
ਜਿਹੜਾ ਤੂੰ ਹੰਕਾਰ ਦੇ ਸਿਰੇ ਤੇ ਚੜਿਆ ਫਿਰਦਾ ਹੈ ਨਾ, ਉੱਪਰ ਹੰਕਾਰੀ ਹੋਇਆ ਇਹਨਾਂ ਵਿਸ਼ਿਆਂ ਵਿਕਾਰਾਂ ਦੇ ਇਸ ਘਾਟੀ ਤੋਂ ਥੱਲੇ ਆ ਜਾ, ਉਤਰ ਕੇ ਸਰਵਰ ਸਰੋਵਰ ਗਿਆਨ ਰੂਪੀ ਸਰੋਵਰ ਭਾਵ ਸਾਧ ਸੰਗਤ ਇਹਦੇ ਵਿੱਚ ਆਪਣਾ ਇਸ਼ਨਾਨ ਕਰ। ਐ ਮਨਾ ਇਹ ਵਿਸ਼ਿਆਂ ਵਿਕਾਰਾਂ ਦੀਆਂ ਘਾਟੀਆਂ ਤੋਂ ਥੱਲੇ ਉਤਰਿਆ। ਬਕਾਇਆ ਨਾ ਬੋਲਾ ਹਰ ਗੁਣ ਗਾਵੈ, ਤੇ ਜਿਹੜਾ ਇਸ ਗਿਆਨ ਨੂੰ ਪ੍ਰਾਪਤੀ ਕਰਦਾ ਹੈ ਕਹਿੰਦੇ ਫਿਰ ਫਾਲਤੂ ਨਹੀਂ ਬੋਲਦਾ। ਉਹ ਵਾਦ ਵਿਵਾਦ ਦੀਆਂ ਗੱਲਾਂ ਖੜੀਆਂ ਨਹੀਂ ਕਰਦੇ ਸੰਗਤ ਵਿੱਚ ਆ ਕੇ, ਤੇ ਉਹ ਸਿਰਫ ਹਰੀ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਜਲ ਆਕਾਸ਼ੀ ਸੁਨ ਸਮਾਵੈ, ਰਸ ਸਤ ਝੋਲ ਮਹਾਰਸ ਪਾਵੈ। ਉਹ ਇਸ ਤਰ੍ਹਾਂ ਸਮਾਉਂਦੇ ਨੇ ਸਾਧ ਸੰਗਤ ਵਿੱਚ ਜਿਵੇਂ ਪਾਣੀ ਆਕਾਸ਼ ਵਿੱਚ ਸਮਾਇਆ ਹੋਇਆ ਹੈ। ਸਾਡੇ ਵਾਯੂ ਮੰਡਲ ਵਿੱਚ ਪਾਣੀ ਦੀ ਸਿੱਲ ਜਿਹੜੀ ਹੈ ਉਹ ਸਮਾਈ ਹੋਈ ਹੈ, ਨਜ਼ਰ ਨਹੀਂ ਆਉਂਦਾ ਪਰ ਸਮਾਇਆ ਹੋਇਆ ਹੈ। ਰਸ ਸਤ ਝੋਲ ਮਹਾਰਸ ਪਾਵੈ, ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਸੱਚੇ ਨਾਮ ਨੂੰ, ਉਸ ਰਸ ਨੂੰ ਝੋਲਣਾ ਹੁੰਦਾ ਰਿੜਕ ਕੇ, ਮਨ ਦਾ ਵਿਚਾਰ ਕਰਕੇ। ਹਰ ਕਾ ਬਲੋਵਨਾ ਮਨ ਕਾ ਵਿਚਾਰਾ, ਇਸ ਤਰ੍ਹਾਂ ਵਿਚਾਰ ਨਾਲ ਉਸ ਨਾਮ ਰਸ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਕਰਨਾ ਕਰ। ਐਸਾ ਗਿਆਨ ਸੁਣੋ ਅਬ ਮੋਰੇ, ਭਰਪੁਰ ਧਾਰ ਰਿਹਾ ਸਭ ਠੌਰੇ। ਐ ਮੇਰੇ ਮਨਾ ਅੰਦਰੋਂ ਅੰਤਰਾਤਮਾ ਨਾਲ ਉਸ ਗਿਆਨ ਨੂੰ ਸੁਣਨਾ ਕਰ। ਉਹ ਪ੍ਰਭੂ ਦਾ ਗਿਆਨ ਤੈਨੂੰ ਦੱਸ ਰਿਹਾ ਹੈ ਅੰਦਰੋਂ, ਉਹ ਤੇ ਹਰ ਜਗ੍ਹਾ ਹੈ, ਸਰਵ ਵਿਆਪਕ ਹੈ। ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿੱਥੇ ਉਹ ਨਹੀਂ। ਸੁਣਨ ਵਾਲਾ ਚਾਹੀਦਾ ਹੈ, ਕਿਉਂਕਿ ਸੁਣਿਆਂ ਦੀਆਂ 4 ਪੌੜੀਆਂ ਆਪਾਂ ਜਪ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ ਕਿ ਸੁਣਨ ਨਾਲ ਕੀ ਕੁਝ ਵਾਪਰਦਾ ਹੈ। ਹਾਂਜੀ। ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ, ਸਤਿਗੁਰ ਸ਼ਬਦ ਕ੍ਰੋਧ ਜਲਾਵੈ। ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ। ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ, ਸਤਿਗੁਰ ਸ਼ਬਦ ਕ੍ਰੋਧ ਜਲਾਵੈ। ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ। ਇਹ ਹੈ ਉਹਨੂੰ ਪਾਉਣ ਦਾ ਤਰੀਕਾ। ਮਹਾਰਾਜ ਸਾਨੂੰ ਵਿਧੀ ਦੱਸਦੇ ਪਏ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ। ਸੱਚ ਦਾ ਵਰਤ ਰੱਖ। ਜਿਹੜਾ ਵਰਤ ਰੱਖਣਾ ਹੁੰਦਾ ਹੈ ਉਹ ਸੱਚ ਦਾ ਹੈ, ਕਿਉਂਕਿ ਧਾਰਮਿਕ ਅਕੀਦਿਆਂ ਵਿੱਚ ਅਸੀਂ ਵੇਖਦੇ ਹਾਂ ਕਿ ਲੋਕ ਰੋਜ਼ੇ ਰੱਖਦੇ ਨੇ, ਵਰਤ ਰੱਖਦੇ ਨੇ। ਭੁੱਖੇ ਰਹਿਣ ਦਾ ਮਤਲਬ ਕਿ ਆਪਣੇ ਅੰਦਰ ਨੂੰ ਕਮਜ਼ੋਰ ਕਰਕੇ ਉਸ ਨੂੰ ਯਾਦ ਕਰਨਾ, ਪਰ ਇੱਥੇ ਮਤਲਬ ਕਹਿੰਦੇ ਸੱਚ ਦਾ ਵਰਤ ਰੱਖਣਾ ਸੀ, ਸੱਚ ਨਾਲ ਜੁੜਨਾ ਸੀ। ਜਿਹੜਾ ਖਾਣਾ ਸੀ ਨਾ ਉਹ ਵਿਕਾਰਾਂ ਦਾ, ਉਹ ਉੱਥੋਂ ਪਰਾਂ ਹੋਣਾ ਸੀ। ਵਿਕਾਰਾਂ ਦਾ ਭੋਜਨ ਨਹੀਂ ਖਾਣਾ ਸੀ, ਤੇ ਨੇਮ ਰੱਖਣਾ ਸੀ ਉਸ ਪਰਮਾਤਮਾ ਦੇ ਨਾਮ ਦਾ ਹਰ ਰੋਜ਼। ਕਹਿੰਦੇ ਫਿਰ ਤੈਨੂੰ ਮੌਤ ਦਾ ਡਰ ਨਹੀਂ ਸਤਾਉਂਦਾ। ਸਤਿਗੁਰ ਸ਼ਬਦ ਕ੍ਰੋਧ ਜਲਾਵੈ, ਤੇ ਇਸ ਤਰ੍ਹਾਂ ਉਹ ਆਪਣੇ ਸਤਿਗੁਰੂ ਦੇ ਸ਼ਬਦ ਦੁਆਰਾ, ਬਾਣੀ ਦੁਆਰਾ ਅੰਦਰੋਂ ਕ੍ਰੋਧ ਨੂੰ ਖਤਮ ਕਰਦਾ ਹੈ। ਕਿਉਂਕਿ ਕ੍ਰੋਧ ਜਿਹੜਾ ਹੈ ਉਹ ਸਾਡੀ ਗਿਆਨ ਨੂੰ ਖਾਂਦਾ ਹੈ, ਸਾਡੀ ਨੌਲੇਜ ਨੂੰ ਖਤਮ ਕਰ ਦਿੰਦਾ ਹੈ। ਗਗਨ ਨਿਵਾਸ ਸਮਾਧ ਲਗਾਵੈ, ਮਗਰ ਜਿਹੜੀ ਸਮਾਧੀ ਲਾਉਣਾ ਹੈ ਉਹ ਹੈ ਗਗਨ ਨਿਵਾਸ, ਭਾਵ ਉੱਚੀ ਅਵਸਥਾ ਵਿੱਚ ਰਹਿਣਾ, ਨੀਵੇਂ ਅਕੀਦਿਆਂ ਵਿੱਚ ਨਾ ਜਾਣਾ। ਮਨ ਦੀਆਂ ਧਰਨਾਵਾਂ ਜਿਹੜੀਆਂ ਨੇ, ਮਨ ਦੀਆਂ ਇਛਾਵਾਂ ਜਿਹੜੀਆਂ ਨੇ, ਉਹਨੂੰ ਨੀਵੇਂ ਪਾਸੇ ਨੂੰ ਨਾ ਲੈ ਕੇ ਜਾਣਾ। ਗਗਨ ਸਮਾਧ ਉੱਪਰ ਉਸ ਅਵਸਥਾ ਵਿੱਚ ਸਮਾਧੀ ਲੱਗਣਾ, ਭਾਵ ਮਨ ਦਾ ਫੁਰਨਿਆਂ ਤੋਂ ਰਹਿਤ ਹੋ ਜਾਣਾ। ਪਾਰਸ ਪਰਸ ਪਰਮ ਪਦ ਪਾਵੈ, ਤੇ ਮਾਰੇ ਕਹਿੰਦੇ ਇਸ ਤਰ੍ਹਾਂ ਆਪਣੇ ਗੁਰੂ ਨੂੰ ਛੋਹ ਕੇ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਹਿਰਦੇ 'ਚ ਵਸਾ ਕੇ, ਪਾਰਸ ਪਰਸ ਜਿਹਨੂੰ ਕਹਿੰਦੇ ਪਰਸ, ਸਤਿਗੁਰੂ ਦੇ ਜਿਹੜੇ ਬੋਲ ਨੇ ਜਦੋਂ ਸਾਡੇ ਹਿਰਦੇ ਨੂੰ ਛੋਹੇ, ਜਿਸ ਤਰ੍ਹਾਂ ਪਾਰਸ ਲੋਹੇ ਨੂੰ ਛੋਹ ਜਾਂਦਾ ਤੇ ਕੰਚਨ ਹੋ ਜਾਂਦਾ, ਕਹਿੰਦੇ ਇਸ ਤਰ੍ਹਾਂ ਪਾਰਸ ਪਰਸ ਪਰਮ ਪਦ ਪਾਵੈ, ਉਸ ਨੂੰ ਛੋਹ ਕੇ ਉਹਨੂੰ ਹਿਰਦੇ ਵਿੱਚ ਵਸਾ ਕੇ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਇਹ ਹੈ ਗਿਆਨ, ਉਹਨੂੰ ਪ੍ਰਾਪਤ ਕਰਨ ਦਾ ਤਰੀਕਾ ਮਹਾਰਾਜ। ਹਾਂਜੀ। ਸੱਚ ਮਨ ਕਾਰਨ ਤਤ ਬਿਲੋਵੈ, ਸੱਚ ਮਨ ਕਾਰਨ ਤਤ ਬਿਲੋਵੈ। ਸੋ ਪਰ ਸਰਵਰ ਮੈਲ ਨ ਧੋਵੈ, ਸੋ ਪਰ ਸਰਵਰ ਮੈਲ ਨ ਧੋਵੈ। ਜੈਸ
ਜੈਸਿਉ ਰਾਤਾ ਤੈਸੋ ਹੋਵੈ ਜੈਸਿਉ ਰਾਤਾ ਆਪੇ ਕਰਤਾ ਕਰੇ ਸੋ ਹੋਵੈ ਸਚ ਮਨ ਕਾਰਨ ਤਤ ਬਿਲੋਵੈ ਸੋ ਭਰ ਸਰਵਰ ਮੈਲ ਨ ਧੋਵੈ। ਕਿਉਂਕਿ ਤੀਰਥਾਂ ਤੇ ਇਸ਼ਨਾਨ ਕਰਨਾ ਧਾਰਮਿਕ ਅਕੀਦਿਆਂ ਵਿੱਚ ਆਉਂਦਾ ਹੈ। ਸੱਚ ਮਨ ਕਾਰਨ ਤਤ ਬਿਲੋਵੈ, ਜਿਹੜੀ ਤਤ ਦੀ ਖੋਜ ਕਰਨੀ ਸੀ ਮਨ ਵਾਸਤੇ, ਸੱਚ ਦੀ ਖੋਜ। ਸੋ ਪਰ ਸਰਵਰ ਮੈਲ ਨਾ ਧੋਵੈ, ਇਸ ਕਰਕੇ ਅੰਦਰੋਂ ਭਰਿਆ ਹੋਇਆ ਨੱਕੋ ਨੱਕ ਹੁਣ ਮੈਲ ਨਹੀਂ, ਉਹ ਨਾਮ ਨਾਲ ਜੁੜਿਆ ਹੋਇਆ ਹੈ, ਨਾਮ ਰਸ ਵਿੱਚ ਭਰਿਆ ਹੋਇਆ ਹੈ, ਅੰਦਰ ਵਿਕਾਰਾਂ ਦੀ ਮੈਲ ਨੂੰ ਖਤਮ ਕਰ ਦਿੰਦਾ ਹੈ। ਕਿਉਂਕਿ ਮਨ ਨੂੰ ਬਾਣੀ ਨਾਲ ਧੋਤਾ ਜਾ ਸਕਦਾ ਹੈ। ਮਨ ਨੂੰ ਧੋਣਾ ਜਿਹੜਾ ਹੈ, ਸ਼ਬਦ ਲਾਗੂ ਵਾਲੀ ਮਾਰੇ ਜਿਹੜੀ ਗੱਲ ਕਹਿੰਦੇ ਨੇ ਤੀਜੇ ਪਾਤਸ਼ਾਹ, ਮਨ ਨੂੰ ਧੋਣ ਦਾ ਤਰੀਕਾ ਸ਼ਬਦ ਨਾਲ ਹੈ। ਤਨ ਨੂੰ ਧੋਣ ਦਾ ਤਰੀਕਾ ਪਾਣੀ ਹੈ, ਮਨ ਨੂੰ ਬਾਣੀ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਮਗਰ ਇਸ ਤਰ੍ਹਾਂ ਫਿਰ ਤੇਰੇ ਮਨ ਨੂੰ ਮੈਲ ਨਹੀਂ ਲੱਗੇਗੀ, ਕਿਉਂਕਿ ਇਸ ਮਨ ਨੂੰ ਮੈਲ ਜਿਹੜੀ ਉਹ ਇੱਕ ਨਹੀਂ ਕਈ ਜਨਮਾਂ ਦੀ ਲੱਗੀ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਛਾ। ਇਸ ਕਰਕੇ ਮੈਂ ਕਹਿੰਦਾ ਆਪਣੇ ਮਨ ਨੂੰ ਉਹ ਧੋਂਦਾ ਹੈ। ਜੈਸਿਉ ਰਾਤਾ ਤੈਸਿਉ ਹੋਵੈ, ਉਹ ਜਿਹਦੇ ਨਾਲ ਸਮਾਇਆ ਹੋਇਆ, ਜਿਹਨੂੰ ਸਿਮਰਦਾ ਉਹਦੇ ਵਰਗਾ ਹੀ ਹੋ ਗਿਆ। ਆਪੇ ਕਰਤਾ ਕਰੇ ਸੋ ਹੋਵੈ, ਇਸ ਕਰਕੇ ਉਸ ਪਰਮਾਤਮਾ ਨਾਲ ਜੁੜਿਆ ਹੋਇਆ ਉਹ ਮਨੁੱਖ ਉਹਦੀ ਰਜਾ ਵਿੱਚ ਰਹਿੰਦਾ ਕਿ ਪ੍ਰਭੂ ਅਸੀਂ ਤੇਰੀ ਹੁਕਮ ਤੇ ਰਜਾ ਵਿੱਚ ਰਹਿੰਦੇ ਹਾਂ। ਆਪੇ ਕਰਤਾ ਕਰੇ ਸੋ ਹੋਵੈ, ਉਸ ਮਾਲਕ ਨਾਲ ਇੰਨਾ ਜੁੜ ਗਿਆ ਕਿ ਪ੍ਰਭੂ ਅਸੀਂ ਤੇਰੀ ਦਾਤ ਨੂੰ ਸਤ ਸਤ ਕਰਕੇ ਮੰਨਦੇ ਹਾਂ। ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਪੀਦਾਤ ਤੇਰੀ ਦਾਤਾਰ। ਮਹਾਰਾਜ ਕਹਿੰਦੇ ਤੁਹਾਨੂੰ ਤੇ ਤੇਰੇ ਜਿਹੜੇ ਦੁੱਖ ਨੇ ਨਾ, ਜਿਹੜੇ ਭੁੱਖ ਨੇ, ਸਾਨੂੰ ਤੇ ਇਹ ਵੀ ਤੇਰੀ ਦਾਤ ਲੱਗਦੀ ਹੈ, ਕਿਉਂਕਿ ਦੁੱਖ ਭੁੱਖ ਵਿੱਚ ਤੂੰ ਸਾਨੂੰ ਚੇਤੇ ਤੇ ਆ ਜਾਣਾ। ਦੁੱਖ ਦਾਰੂ ਸੁਖ ਰੋਗ ਭਇਆ। ਤਾਂ ਮਹਾਰਾਜ ਕਹਿੰਦੇ ਨੇ ਇਸ ਸਮਝਾਉਂਦੇ ਨੇ, ਮਹਾਰਾਜ ਕਹਿੰਦੇ ਜਿਹੜੇ ਨਾਮ ਨਾਲ ਜੁੜੇ ਹੋਏ ਵਿਅਕਤੀ ਨੇ ਉਹ ਗਿਆਨ ਨੂੰ ਪ੍ਰਾਪਤ ਕਰਦੇ ਨੇ। ਉਹਨਾਂ ਦਾ ਜੀਵਨ ਦੀ ਜਾਂਚ ਤਰੀਕਾ ਇਸ ਤਰ੍ਹਾਂ ਦਾ ਹੈ ਕਿ ਉਹ ਉਹਦੀ ਰਜਾ ਵਿੱਚ ਹੀ ਰਹਿੰਦੇ ਨੇ। ਹਾਂਜੀ। ਗੁਰ ਹਿਵ ਸੀਤਲ ਆਗਨ ਬੁਝਾਵੈ, ਸੇਵਾ ਸੁਰਤ ਵਿਭੂਤ ਚੜਾਵੈ, ਦਰਸ਼ਨ ਆਪ ਸਹਿਜ ਕਰ ਆਵੈ, ਨਿਰਮਲ ਬਾਣੀ ਨਾਦ ਬਜਾਵੈ, ਗੁਰ ਹਿਵ ਸੀਤਲ ਅਗਨ ਬੁਝਾਵੈ, ਸੇਵਾ ਸੁਰਤ ਵਿਭੂਤ ਚੜਾਵੈ। ਗੁਰ ਹਿਵ ਸੀਤਲ, ਗੁਰੂ ਦਾ ਗਿਆਨ ਠੰਡਾ ਬਰਫ਼ ਵਰਗਾ ਹੈ। ਸਾਡੇ ਮਨ ਦੇ ਅੰਦਰ ਜਿਹੜੀ ਵਿਕਾਰਾਂ ਦੀ ਅੱਗ ਹੈ ਨਾ, ਤ੍ਰਿਸ਼ਨਾਵਾਂ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਇਹਨੂੰ ਬੁਝਾ ਦਿੰਦਾ ਹੈ। ਗੁਰੂ ਦਾ ਗਿਆਨ ਕਰੇ ਠੰਡਾ ਬਰਫ਼ ਵਾਂਗੂ ਹੈ। ਗੁਰ ਹਿਵ ਸੀਤਲ ਅਗਨ ਬੁਝਾਵੈ, ਸੇਵਾ ਸੁਰਤ ਵਿਭੂਤ ਚੜਾਵੈ। ਤੇ ਤੇਰੇ ਗਿਆਨ ਦੀ ਪ੍ਰਾਪਤੀ ਕਰਨ ਵਾਲਾ ਉਹ ਸੇਵਾ ਵਾਲੀ ਬਿਰਤੀ ਰੱਖ ਕੇ, ਉਹਦੀ ਜਿਹੜੀ ਬਿਰਤੀ ਹੈ ਸ਼ਬਦ ਸੁਰਤ ਵਾਲੀ ਹੈ, ਇਹ ਉਹਦੀ ਭਬੂਤ ਹੈ। ਕਿਉਂਕਿ ਜੋਗੀ ਭਬੂਤੀ ਲਾਉਂਦੇ ਨੇ, ਕਹਿੰਦੇ ਉਹਨਾਂ ਦੀ ਤੇ ਇਹ ਵੀ ਭਬੂਤ ਹੈ। ਉਹਨਾਂ ਨੇ ਆਪਣੇ ਸਰੀਰ ਦੁਆਲੇ ਭਬੂਤ ਸਮਝ ਲਓ ਮਲ ਲਈ, ਜਿਨ੍ਹਾਂ ਨੇ ਸੇਵਾ ਤੇ ਸੁਰਤੀ ਆਪਣੀ ਉਸ ਸ਼ਬਦ ਵਿੱਚ ਜੋੜ ਲਈ। ਧਿਆਨ ਸੁਰਤੀ ਆਪਣਾ ਪੂਰਾ ਧਿਆਨ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਤੇ ਸੇਵਾ ਵਿੱਚ ਜੁੜਿਆ ਹੋਇਆ, ਇਹ ਉਹਨਾਂ ਦੀ ਭਬੂਤੀ ਹੈ। ਦਰਸ਼ਨ ਆਪ ਸਹਿਜ ਘਰ ਆਵੈ, ਇਸ ਕਰਕੇ ਆਪ ਦਰਸ਼ਨ ਤੋਂ ਭਾਵ ਹੈ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਆਪਣੇ ਦਰਸ਼ਨ ਕਰਨ ਤੋਂ ਭਾਵ ਹੈ ਆਪਣੀ ਵਿਚਾਰ ਕਰਨੀ, ਆਪ ਵਿਚਾਰੇ ਸੁਬੰਧਾ ਹੋਏ। ਉਦੋਂ ਉਹ ਸਹਿਜ ਘਰ ਵਿੱਚ ਆਉਂਦਾ ਹੈ, ਜਦੋਂ ਸਾਨੂੰ ਆਪਣੇ ਬਾਰੇ ਪਤਾ ਹੁੰਦਾ ਕਿ ਮੇਰੀ, ਜਿਹਨੂੰ ਕਹਿ ਦਈਏ ਕਿ ਆਪਾਂ, ਜਦੋਂ ਸਾਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਂਦਾ ਹੈ, ਉਦੋਂ ਬੰਦਾ ਆਪਣੇ ਟਿਕਾਓ 'ਚ ਹੁੰਦਾ ਹੈ, ਮਨ ਸਹਿਜ ਘਰ ਵਿੱਚ ਹੈ। ਨਿਰਮਲ ਬਾਣੀ ਨਾਦ ਵਜਾਵੈ, ਉਦੋਂ ਨਿਰਮਲ ਬਾਣੀ ਬੋਲਦਾ, ਪਵਿੱਤਰ ਮਨ ਨਾਲ ਉਸ ਬਾਣੀ ਨੂੰ ਉਚਾਰਨ ਕਰਦਾ। ਇਹ ਹੀ ਉਹਦਾ ਨਾਦ ਵਜਾਉਣਾ ਹੈ, ਇਹ ਉਹਦੀ ਸਿੱਗੀ ਵਜਾਉਣਾ, ਕਿਉਂਕਿ ਜੋਗੀ ਨਾਦ ਵਜਾਉਂਦੇ ਨੇ। ਮਾਲਕ ਨੇ ਉਸ ਮਾਲਕ ਨਾਲ ਜੁੜਨ ਦਾ ਤਰੀਕਾ ਇਹ ਹੈ। ਹਾਂਜੀ।
ਅੰਤਰ ਗਿਆਨ ਮਹਾਰਸ ਸਾਰਾ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮਜਨ ਗੁਰ ਵਿਚਾਰਾ ਤੀਰਥ ਮਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਅੰਤਰ ਗਿਆਨ ਮਹਾਰਸ ਸਾਰਾ। ਜਦੋਂ ਅੰਦਰ ਉਸ ਪ੍ਰਮਾਤਮਾ ਦਾ ਗਿਆਨ ਹੈ, ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਹੈ, ਕਹਿੰਦੇ ਇਹ ਸਾਰੇ ਹੀ ਤੱਤਾਂ ਦਾ ਸਾਰ ਹੈ। ਜਿੰਨੇ ਰਸ ਨੇ ਦੁਨੀਆ ਦੇ ਸਮਝ ਲਓ ਸਾਰੇ ਪ੍ਰਾਪਤ ਹੋ ਗਏ। ਤੀਰਥ ਮਜਨ ਗੁਰ ਵਿਚਾਰਾ, ਤੀਰਥਾਂ ਤੇ ਮਜਨ ਕਰਨਾ, ਤੀਰਥਾਂ ਤੇ ਖਾਸ ਪੁਰਬਾਂ ਤੇ ਇਸ਼ਨਾਨ ਕਰਨਾ, ਸਮਝ ਲਓ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਹੈ। ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਤਾਂ ਸਾਨੂੰ ਉਹ ਫਲ ਪ੍ਰਾਪਤ ਹੋ ਗਏ ਜਿਹੜੇ ਕਿ ਤੀਰਥਾਂ ਤੇ ਮਜਨ ਕਰਨ ਨਾਲ ਹੁੰਦੇ ਨੇ। ਅੰਤਰ ਪੂਜਾ ਥਾਨ ਮੁਰਾਰਾ, ਹੁਣ ਪੂਜਾ ਬਾਹਰ ਦੀ ਨਹੀਂ, ਹੁਣ ਤੇ ਅੰਦਰ ਦੀ ਹੈ, ਕਿਉਂਕਿ ਉਹਦਾ ਥਾਨ ਤੇ ਅੰਦਰ ਹੈ। ਉਸ ਮੁਰਾਰ ਦਾ, ਉਸ ਪ੍ਰਭੂ ਦਾ ਹਿਰਦੇ ਵਿੱਚ ਵਸਦਾ ਹੈ। ਜੋਤੀ ਜੋਤ ਮਿਲਾਵਣ ਹਾਰਾ, ਕਿਉਂਕਿ ਉਹ ਸਮਰੱਥਾ ਰੱਖਦਾ ਹੈ। ਇਹ ਸਾਡੀ ਜੋਤ ਨੂੰ, ਇਹ ਮਨ ਜਿਹੜਾ ਸਾਡਾ ਜੋਤ ਸਰੂਪ ਹੈ, ਉਸ ਪ੍ਰਮਾਤਮਾ ਵੀ ਜੋਤ ਸਰੂਪ ਹੈ। ਉਸ ਜੋਤ ਨਾਲ ਮਿਲਾਉਣ ਦੀ ਸਮਰੱਥਾ ਰੱਖਣ ਵਾਲਾ ਵਾਹਿਗੁਰੂ ਅਕਾਲ ਪੁਰਖ ਉਹ ਆਪ ਹੈ। ਜਦੋਂ ਅਸੀਂ ਉਹਨੂੰ ਅੰਦਰ ਹਿਰਦੇ ਤੋਂ ਧਿਆਵਾਂਗੇ, ਉਹਦੀ ਪੂਜਾ ਜਦੋਂ ਅਸੀਂ ਅੰਦਰ ਕਰਦੇ ਹਾਂ, ਮਾਰੇ ਇਹ ਹੈ ਧਾਰਮਿਕ ਬਿਰਤੀ ਦੁਆਰਾ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ, ਉਹਦਾ ਗਿਆਨ ਪ੍ਰਾਪਤ ਕਰਨ ਦਾ ਤਰੀਕਾ। ਹਾਂਜੀ। ਰਸ ਰਸਿਆ ਮਤ ਏਕੈ ਪਾਏ ਰਸ ਰਸਿਆ ਮਤ ਏਕੈ ਪਾਏ ਤਖਤ ਨਿਵਾਸੀ ਪੰਚ ਸਮਾਏ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜ਼ਾਏ ਕਾਰ ਕਮਾਈ ਕਸਮ ਰਜਾਏ ਅਵਗਤ ਨਾਥ ਨ ਲਖਿਆ ਜਾਏ ਅਵਗਤ ਨਾਥ ਨ ਲਖਿਆ ਜਾਏ। ਰਸ ਰਸਿਆ ਮਤ ਏਕੈ ਭਾਏ, ਕਹਿੰਦੇ ਹੁਣ ਰਸ ਵਿੱਚ, ਆਨੰਦ ਵਿੱਚ, ਇੱਕ ਭਾਵਨਾ ਨਾਲ, ਉਹਦੀ ਸ਼ਰਧਾ ਨਾਲ, ਉਹਦੇ ਪ੍ਰੇਮ ਵਿੱਚ ਸਮਾਇਆ ਹੋਇਆ। ਤਖਤ ਨਿਵਾਸੀ ਪੰਚ ਸਮਾਏ, ਹੁਣ ਆਪਣੇ ਤਖਤ ਤੇ ਨਿਵਾਸ ਕਰਦਾ ਹੈ, ਭਾਵ ਪੰਜਾਂ ਨੂੰ ਸਮਾ ਕੇ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਮਾ ਗਏ। ਹੁਣ ਆਪਣੇ ਤਖਤ ਤੇ, ਭਾਵ ਹਿਰਦੇ ਰੂਪੀ ਤਖਤ ਤੇ ਹੁਣ ਆਗੂ ਬਣਿਆ ਬੈਠਾ ਹੈ, ਜਿਹਨੂੰ ਮਾਰੇ ਕਹਿੰਦੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਉਹ ਅਵਸਥਾ ਵਾ, ਕਹਿੰਦੇ ਉਹ ਅਵਸਥਾ ਤੇ ਪਹੁੰਚ ਗਿਆ। ਕਾਰ ਕਮਾਈ ਖਸਮ ਰਜ਼ਾਏ, ਉਹਦੀ ਕਾਰ ਕਮਾਈ ਕੀ ਹੈ? ਖਸਮ ਦੀ ਰਜ਼ਾ, ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਕਾਰ ਕਮਾਉਂਦਾ ਹੈ। ਅਭਿਗਤ ਨਾਥ ਨਾ ਲਖਿਆ ਜਾਏ, ਉਹ ਵਾਹਿਗੁਰੂ ਜਿਹੜਾ ਅਕਾਲ ਪੁਰਖ ਹੈ ਉਹ ਅਵਿਗਤ ਹੈ, ਭਾਵ ਪਹੁੰਚ ਤੋਂ ਬਾਹਰ ਹੈ, ਉਹ ਹਮੇਸ਼ਾ ਰਹਿਣ ਵਾਲਾ ਹੈ। ਉਹ ਨਾਥ ਹੈ, ਸਾਰੇ ਸ੍ਰਿਸ਼ਟੀ ਦਾ ਮਾਲਕ ਹੈ। ਉਹਨੂੰ ਬਿਆਨ ਨਹੀਂ ਕੀਤਾ ਜਾਂਦਾ, ਉਹਨੂੰ ਬਿਆਨ ਅਸੀਂ ਅੱਖਰਾਂ ਵਿੱਚ ਬਿਆਨ ਨਹੀਂ ਕਰ ਸਕਦੇ, ਸਿਰਫ ਅਨੁਭਵ ਕਰ ਸਕਦੇ ਹਾਂ, ਜਾਣ ਸਕਦੇ ਹਾਂ, ਪਰ ਲਿਖ ਨਹੀਂ ਸਕਦੇ। ਹਾਂਜੀ। ਜਲ ਮਹਿ ਉਪਜੈ ਜਲ ਤੇ ਦੂਰ ਜਲ ਮਹਿ ਉਪਜੈ ਜਲ ਤੇ ਦੂਰ ਜਲ ਮਹਿ ਜੋਤ ਰਹਿਆ ਭਰਪੂਰ ਜਲ ਮਹਿ ਜੋਤ ਰਹਿਆ ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ ਕਿਸ ਨੇੜੇ ਕਿਸ ਆਖਾਂ ਦੂਰ ਨਿਤ ਗੁਣ ਗਾਵਾਂ ਦੇਖ ਦੂਰ ਨਿਤ ਗੁਣ ਗਾਵਾਂ ਦੇਖ ਦੂਰ। ਗੁਰੂ ਨਾਨਕ ਪਾਤਸ਼ਾਹ ਉਦਾਹਰਣ ਦਿੰਦੇ ਨੇ, ਮਹਾਰਾਜ ਕਹਿੰਦੇ ਜਲ ਮੈਂ ਉਪਜੈ ਜਲ ਤੇ ਦੂਰ। ਜਿਸ ਤਰ੍ਹਾਂ ਕਮਲ ਦਾ ਫੁੱਲ, ਇਹ ਗਿਆਨ ਦੀ ਗੱਲ ਕਰਦੇ ਨੇ, ਮਹਾਰਾਜ ਜਿਹੜੇ ਗਿਆਨਵਾਨ ਲੋਕ ਨੇ ਉਹਨਾਂ ਲੋਕਾਂ ਦੀ ਮਹਾਰਾਜ ਇੱਥੇ ਗੱਲ ਕਰਦੇ ਨੇ, ਕਿਉਂਕਿ ਰਹਾਉ ਦੀ ਪੰਕਤੀ ਵਿੱਚ ਆਪਾਂ ਪੜ੍ਹਾਏ, ਐਸਾ ਗਿਆਨ ਸੁਣੋ ਅਬ ਮੋਰੇ, ਅੰਦਰੋਂ ਹਿਰਦੇ ਤੋਂ ਐ ਮੇਰੇ ਮਨਾ ਉਸ ਗਿਆਨ ਨੂੰ ਸੁਣਨਾ ਕਰ। ਜਿਨ੍ਹਾਂ ਨੇ ਸੁਣੇ ਹੈ, ਜਿਨ੍ਹਾਂ ਨੇ ਜਾਣੇ ਹੈ, ਉਹਨਾਂ ਦੀ ਅਵਸਥਾ ਬਾਰੇ ਮਹਾਰਾਜ ਬਿਆਨ ਕਰਦੇ ਆ ਰਹੇ ਨੇ ਕਿ ਜਲ ਮੈਂ ਉਪਜੈ ਜਲ ਤੇ ਦੂਰ। ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਚੋਂ ਪੈਦਾ ਹੁੰਦਾ ਹੈ, ਪਰ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਪਾਣੀ ਤੋਂ ਉੱਪਰ ਰਹਿੰਦਾ ਹੈ, ਡੁੱਬਦਾ ਨਹੀਂ ਪਾਣੀ ਵਿੱਚ। ਇਸੇ ਤਰ੍ਹਾਂ ਹੀ ਜਿਹੜੇ ਗੁਰੂ ਕੇ ਪਿਆਰੇ ਨੇ, ਨਾਮ ਨਾਲ ਜੁੜੇ ਹੋਏ ਨੇ, ਇਹ ਸੰਸਾਰ ਵਿੱਚ ਰਹਿੰਦੇ ਨੇ,
ਪਰ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ। ਜਲ ਮੈਂ ਜੋਤ ਰਹਿਆ ਭਰਪੂਰ, ਕਿਉਂਕਿ ਇਹ ਸੰਸਾਰ ਰੂਪੀ ਜਲ ਵਿੱਚ ਉਹਦੀ ਜੋਤ ਭਰੀ ਪੂਰੀ ਹੈ, ਹਰ ਜਗ੍ਹਾ ਹੈ, ਉਹ ਸਰਵ ਵਿਆਪਕ ਹੈ। ਕਿਸ ਨੇੜੇ ਕਿਸੇ ਅੱਖਾਂ ਦੂਰ, ਅਸੀਂ ਸਾਡੇ ਕੋਲੇ ਕੋਈ ਪੈਮਾਨਾ ਨਹੀਂ ਹੈ ਜਿਹਨੂੰ ਅਸੀਂ ਦੇਖ ਕੇ ਕਹਿ ਸਕੀਏ ਕਿ ਉਹਦੇ ਨੇੜੇ ਹੈ ਤੇ ਉਹਦੇ ਦੂਰ ਹੈ। ਅਸੀਂ ਨਹੀਂ ਦੱਸ ਸਕਦੇ ਕਿ ਕਿਸ ਦੇ ਨੇੜੇ ਹੈ ਕਿਤੋਂ ਦੂਰ ਹੈ। ਨਿਤ ਗੁਣ ਗਾਵਾਂ ਦੇਖ ਹਦੂਰ, ਮੈਂ ਤੇ ਉਹਦੇ ਗੁਣਾਂ ਨੂੰ ਗਾਉਣਾ ਹਾਜ਼ਰ ਨਾਜ਼ਰ ਜਾਣ ਕੇ, ਮਹਾਰਾਜ ਕਹਿੰਦੇ, ਕਿਉਂਕਿ ਗੁਨਾਹ ਕਰਕੇ ਸਾਨੂੰ ਚੇਤੇ ਆਉਂਦਾ ਹੈ। ਜਿਸ ਤਰ੍ਹਾਂ ਕੋਈ ਸਾਡਾ ਵਿਛੜਿਆ ਹੋਇਆ, ਕੋਈ ਸਾਡਾ ਦੂਰ ਗਿਆ ਹੋਇਆ ਭੈਣ ਭਰਾ, ਦੋਸਤ ਮਿੱਤਰ, ਸਾਡਾ ਪਿਆਰਾ, ਜਦੋਂ ਅਸੀਂ ਉਹਦੇ ਗੁਣ ਕਿਸੇ ਹੋਰ 'ਚ ਵੇਖਦੇ ਹਾਂ ਤਾਂ ਸਾਨੂੰ ਚੇਤੇ ਆਉਂਦਾ ਹੈ। ਇਸੇ ਤਰ੍ਹਾਂ ਹੀ ਉਹ ਪ੍ਰਮਾਤਮਾ ਦੇ ਗੁਣ ਜਦੋਂ ਅਸੀਂ ਵੇਖਦੇ ਹਾਂ, ਕਿਸੇ ਨੂੰ ਬਖਸ਼ਦਿਆਂ ਹੋਇਆਂ, ਕਿਸੇ ਨੂੰ ਪਿਆਰ ਕਰਦਿਆਂ ਹੋਇਆਂ, ਕਿਸੇ ਦੇ ਗੁਨਾਹਾਂ ਨੂੰ ਧੋਂਦਿਆਂ ਹੋਇਆਂ, ਨਿਮਰਤਾ ਵਿੱਚ ਰਹਿੰਦਿਆਂ, ਅਸੀਂ ਕਹਿੰਦੇ ਜੀ ਇਹ ਤੇ ਬੰਦਾ ਰੱਬ ਵਰਗਾ ਹੈ, ਇਹ ਤੇ ਪ੍ਰਮਾਤਮਾ ਵਰਗਾ ਹੈ। ਸਾਨੂੰ ਪ੍ਰਮਾਤਮਾ ਚੇਤੇ ਆਉਂਦਾ ਹੈ, ਕਿਉਂਕਿ ਜਿਹੜੇ ਉਹਦੇ ਪਿਆਰੇ ਨੇ, ਉਸ ਪ੍ਰਮਾਤਮਾ ਨੂੰ ਸਿਮਰਨ ਵਾਲੇ ਨੇ, ਉਹ ਗੁਨਾਹ ਕਰਕੇ ਉਸ ਪ੍ਰਮਾਤਮਾ ਨੂੰ ਜਾਣੇ ਜਾਂਦੇ ਨੇ। ਇਸ ਕਰਕੇ ਉਹਨਾਂ ਨੂੰ ਵੇਖਦਿਆਂ ਹੀ ਪ੍ਰਮਾਤਮਾ ਚੇਤੇ ਆਉਂਦਾ ਹੈ। ਹੁਣ ਅਸੀਂ ਅਰਦਾਸ ਤੇ ਕਰਦੇ ਹਾਂ ਹਰ ਰੋਜ਼ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਕਿਵੇਂ ਨਾਮ ਚਿੱਤ ਆਏਗਾ? ਕਿਉਂਕਿ ਉਹਨਾਂ ਦੀ ਬੋਲ ਬਾਣੀ, ਉਹਨਾਂ ਦਾ ਰਹਿਣ ਸਹਿਣ ਵੇਖ ਕੇ ਸਾਨੂੰ ਪਰਮਾਤਮਾ ਚੇਤੇ ਆ ਜਾਂਦਾ ਹੈ। ਇਸ ਕਰਕੇ ਤੇਰੇ ਗੁਣਾਂ ਨੂੰ ਵੇਖ ਕੇ, ਤੇਰੇ ਗੁਣਾਂ ਨੂੰ ਯਾਦ ਕਰਕੇ ਹੀ ਮਨ ਕਹਿੰਦੇ ਮੈਂ ਤੈਨੂੰ ਹਾਜ਼ਰ ਨਾਜ਼ਰ ਕਰਕੇ ਤੈਨੂੰ ਸਿਮਰਦਾ ਹਾਂ, ਤੈਨੂੰ ਧਿਆਉਂਦਾ ਹਾਂ। ਹਾਂਜੀ। ਅੰਤਰ ਬਾਹਰ ਅਵਰ ਨ ਕੋਏ, ਅੰਤਰ ਬਾਹਰ ਅਵਰ ਨਾ ਕੋਏ, ਜੋ ਤਿਸ ਭਾਵੈ ਸੋ ਫੁਨ ਹੋਏ, ਜੋ ਤਿਸ ਭਾਵੈ ਸੋ ਫੁਨ ਹੋਏ। ਸੁਣ ਭਰਥਰ ਨਾਨਕ ਕਹੇ ਵਿਚਾਰ, ਸੁਣ ਭਰਤ ਨਾਨਕ ਕਹੈ ਵਿਚਾਰ, ਨਿਰਮਲ ਨਾਮ ਮੇਰਾ ਆਧਾਰ, ਨਾਮ ਮੇਰਾ ਆਧਾਰ। ਗੁਰੂ ਨਾਨਕ ਪਾਤਸ਼ਾਹ ਭਰਥਰ ਜੋਗੀ ਨੂੰ ਸੰਬੋਧਨ ਨੇ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਕਿ ਇਹ ਗਿਆਨ ਦੀ ਅਵਸਥਾ ਦੀ ਗੱਲ ਮਹਾਰਾਜ ਵਿਚਾਰ ਕਰ ਰਹੇ ਨੇ ਭਰਥਰ ਜੋਗੀ ਨਾਲ, ਭਰਥਰੀ ਨਾਲ। ਅੰਤਰ ਬਾਹਰ ਅਵਰ ਨਾ ਕੋਏ, ਮਹਾਰਾਜ ਕਹਿੰਦੇ ਉਹ ਪਰਮਾਤਮਾ ਸਾਡੇ ਅੰਦਰ ਵੀ ਵਸਦਾ ਤੇ ਬਾਹਰ ਵੀ ਹੈ। ਅੰਦਰੋਂ ਵੀ ਸਾਡੀ ਸਹਾਇਤਾ ਕਰਦਾ, ਬਾਹਰੋਂ ਵੀ ਕਰਦਾ ਹੈ। ਜਿਹੜੇ ਉਹਨੂੰ ਜਾਣਦੇ ਨੇ, ਜਿਹੜੇ ਉਹਨੂੰ ਸਿਮਰਦੇ ਨੇ, ਜਿਹੜੇ ਗਿਆਨਵਾਨ ਨੇ, ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ, ਉਹ ਨਾ ਅੰਦਰੋਂ ਡਿੱਗਦੇ ਨੇ ਨਾ ਉਹ ਬਾਹਰੋਂ ਡਿੱਗਦੇ ਨੇ। ਫਿਰ ਉਹਨਾਂ ਦਾ ਬਾਹਰਲਾ ਜੀਵਨ ਵੀ ਉੱਚਾ ਸੁੱਚਾ ਹੈ, ਅੰਦਰੋਂ ਵੀ ਉਹ ਉਸ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ। ਕਿਉਂਕਿ ਗਿਆਨੀਆਂ ਦਾ ਭੋਜਨ ਨਾਮ ਹੈ, ਉਸ ਭੋਜਨ ਨੂੰ ਖਾਂਦੇ ਰਹਿੰਦੇ ਨੇ। ਆਤਮਿਕ ਭੋਜਨ ਜਿਹੜਾ ਹੈ, ਜੋ ਤਿਸ ਭਾਵੈ ਸੋ ਫੁਨ ਹੋਏ। ਮਾਰੇ ਕਹਿੰਦੇ ਜੋ ਉਹਨੂੰ ਭਾਉਂਦਾ ਭਾਈ ਫਿਰ ਉਹੀ ਹੋਏਗਾ। ਮਤ ਕੋਈ ਕਹੇ ਕਿ ਮੇਰੇ ਕੀਤਿਆਂ ਤੋਂ, ਮੇਰੇ ਆਹ ਕਰਨ ਨਾਲ ਹੋ ਜਾਏਗਾ, ਕਿ ਨਹੀਂ, ਜੋ ਉਹ ਭਾਉਂਦਾ ਉਹ ਹੀ ਹੋਏਗਾ। ਸੁਣ ਭਰਥਰ ਨਾਨਕ ਕਹੈ ਵਿਚਾਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਭਰਥਰੀ, ਮੈਂ ਤੈਨੂੰ ਇਹ ਮੇਰਾ ਵਿਚਾਰ ਇਹ ਹੈ, ਇਹ ਜਿਹੜੀ ਆਪਣੀ ਵਿਚਾਰ ਦੀ ਗੱਲ ਹੋ ਰਹੀ ਹੈ, ਮੇਰੇ ਵੱਲੋਂ ਇਹ ਵਿਚਾਰ ਹੈ, ਮੇਰਾ ਜਿਹੜਾ ਜੀਵਨ ਦੀ ਜਾਂਚ ਹੈ ਉਹ ਤੈਨੂੰ ਦੱਸ ਚੱਲਿਆ। ਨਿਰਮਲ ਨਾਮ ਮੇਰਾ ਆਧਾਰ, ਕਿ ਪਰਮਾਤਮਾ ਦਾ ਨਾਮ ਪਵਿੱਤਰ ਹੈ, ਉਹ ਪਵਿੱਤਰ ਨਾਮ ਹੀ ਮੇਰੇ ਜੀਵਨ ਦਾ ਆਸਰਾ ਹੈ, ਉਹ ਮੇਰਾ ਆਧਾਰ ਹੈ। ਮੈਂ ਤੇ ਉਹਨੂੰ ਆਧਾਰ ਮੰਨ ਕੇ ਹੀ ਆਪਣਾ ਜੀਵਨ ਜਿਉ ਰਿਹਾ ਹਾਂ। ਇਹ ਮੇਰਾ ਗਿਆਨ ਹੈ, ਇਹ ਮੇਰੇ ਅੰਦਰ ਦੇ ਮਨ ਦੀ ਅਵਸਥਾ ਜਿਹੜੀ ਹੈ, ਉਹ ਜੀਵਨ ਦੀ ਜਾਂਚ ਮੈਂ ਤੇਰੇ ਨਾਲ ਸਾਂਝੀ ਕੀਤੀ। ਮੇਰਾ ਵਿਚਾਰ ਇਹ ਹੈ। ਵਾਹਿਗੁਰੂ मेरे राम हम बारक हर प्रभ के हैं ए आणे, हम